ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਡਰੌਲੀ ਨਗਰ ਤੋਂ ਆ ਕੇ ਕੁਝ ਸਮੇਂ ਤੋਂ ਭਾਈ ਰੂਪੇ ਦੇ ਨਗਰ ਬਿਰਾਜ ਰਹੇ ਸਨ। ਦੇਸ ਦੇਸਾਂਤਰਾਂ ਤੋਂ ਸੰਗਤਾਂ ਦਰਸ਼ਨ ਕਰਕੇ ਸਿੱਖੀ ਸਿਦਕ ਨਾਮਦਾਨ ਪ੍ਰਾਪਤ ਕਰਕੇ ਆਪਣਾ ਜਨਮ ਸਵਾਰ ਰਹੀਆਂ ਸਨ। ਕਾਂਗੜ ਪਿੰਡ ਦੇ ਜੋਧ ਸ਼ਾਹ ਨੇ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਦੇ ਪਾਵਨ ਚਰਨ ਪਰਸੇ ਅਤੇ ਵਰ ਪ੍ਰਾਪਤ ਕੀਤਾ ਕਿ ਜਦੋਂ 10ਵੇਂ ਜਾਮੇ ਵਿੱਚ ਆਵਾਂਗੇ ਤਾਂ ਤੇਰੇ ਪੋਤਰੇ ਸਾਨੂੰ ਆਪਣੇ ਘਰ ਲਿਜਾ ਕੇ ਆਦਰ ਕਰਨਗੇ ਅਤੇ ਗੁਰਸਿੱਖੀ ਦੀ ਦਾਤ, ਮਾਣ, ਵਡਿਆਈ ਤੇ ਜਸ ਮਿਲੇਗਾ। ਇਸ ਰੂਪੇ ਪਿੰਡ ਵਿੱਚ ਕਾਬਲ ਦੀ ਸੰਗਤ ਦਰਸ਼ਨਾਂ ਲਈ ਆਈ ਅਤੇ ਘੋੜਿਆਂ ਦੇ ਖੋਹ ਲੈਣ ਦੀ ਵਾਰਤਾ ਦੱਸੀ। ਇਹ ਘੋੜੇ ਕਾਬਲ ਦਾ ਇੱਕ ਪ੍ਰੇਮੀ ਸਿੱਖ ਕਰੋੜੀ ਮੱਲ ਗੁਰੂ ਜੀ ਨੂੰ ਭੇਟ ਕਰਨ ਲਈ ਲਿਆ ਰਿਹਾ ਸੀ ਕਿ ਲਾਹੌਰ ਦੇ ਸੂਬੇਦਾਰ ਨੇ ਉਸ ਤੋਂ ਇਹ ਘੋੜੇ ਖੋਹ ਲਏ। ਸਤਿਗੁਰੂ ਜੀ ਨੇ ਘੋੜਿਆਂ ਨੂੰ ਵਾਪਸ ਲਿਆਉਣ ਦੀ ਸੇਵਾ ਭਾਈ ਬਿਧੀ ਚੰਦ ਜੀ ਨੂੰ ਸੌਂਪੀ। ਭਾਈ ਬਿਧੀ ਚੰਦ ਜੀ ਨੇ ਸਤਿਗੁਰੂ ਜੀ ਦੇ ਪਾਵਨ ਚਰਨ ਪਰਸੇ ਨਮਸਕਾਰ ਕੀਤੀ, ਅਰਦਾਸ ਬੇਨਤੀ ਕਰਕੇ ਲਾਹੌਰ ਵੱਲ ਟੁਰ ਪਿਆ। ਮੰਜ਼ਲੋਂ ਮੰਜ਼ਲੀ ਭਾਈ ਬਿਧੀ ਚੰਦ ਇੱਕ ਸਿੱਖ ਭਾਈ ਜਿਉਣ ਦੇ ਘਰ ਪੁੱਜਾ। ਭਾਈ ਜਿਉਣ ਤੋਂ ਪਤਾ ਲੱਗਾ ਕਿ ਬਾਦਸ਼ਾਹ ਦਾ ਦਰੋਗਾ ਸੌਂਦੇ ਖਾਂ ਹੈ। ਉਹੀ ਘੋੜਿਆਂ ਦੀ ਦੇਖਭਾਲ ਕਰਦਾ ਹੈ ਅਤੇ ਘੋੜਿਆਂ ਦੀ ਰਾਖੀ ਲਈ ਪਹਿਰੇਦਾਰ ਰੱਖੇ ਹੋਏ ਸਨ। ਭਾਈ ਬਿਧੀ ਚੰਦ ਨੇ ਭਾਈ ਜਿਉਣੇ ਪਾਸੋਂ ਇੱਕ ਰੰਬਾ ਤੇ ਇੱਕ ਪੱਲੀ ਲਈ, ਕਾਹੀ ਦਾ ਰੂਪ ਧਾਰਿਆ, ਦਰਿਆ ਰਾਵੀ ਕੰਢੇ ਪੁੱਜ ਕੇ ਇਸ਼ਨਾਨ ਕੀਤਾ, ਨਿਤਨੇਮ ਕੀਤਾ ਅਤੇ ਹਰਾ ਹਰਾ ਘਾਹ ਖੋਤ ਕੇ ਪੰਡ ਬੰਨੀ ਅਤੇ ਚੁੱਕ ਕੇ ਕਿਲੇ ਦੇ ਦਰਵਾਜ਼ੇ ਪਾਸ ਪੁੱਜਾ। ਸੌਂਦੇ ਖਾਂ ਦਰੋਗੇ ਨੇ ਉਸ ਦਾ ਹਰਾ ਘਾਹ ਵੇਖਿਆ, ਘਾਹ ਦਾ ਮੁੱਲ ਲਿਆ ਅਤੇ ਭਾਈ ਬਿਧੀ ਚੰਦ ਦੇ ਸਿਰ ਪੰਡ ਚੁਕਵਾ ਕੇ ਕਿਲੇ ਅੰਦਰ ਲੈ ਗਿਆ। ਭਾਈ ਬਿਧੀ ਚੰਦ ਨੇ ਘੋੜਿਆਂ ਨੂੰ ਨਮਸਕਾਰ ਕੀਤੀ। ਸੋਹਣਾ ਘਾਹ ਲਿਆਉਣ ਵਾਲਾ ਸੁਚੱਜਾ ਘਾਹੀ ਸਮਝ ਕੇ ਬਾਦਸ਼ਾਹ ਨੇ ਉਸ ਨੂੰ ਘੋੜਿਆਂ ਦਾ ਪੱਕਾ ਸੇਵਾਦਾਰ ਰੱਖ ਲਿਆ। ਲੰਗਰ ਪਾਣੀ ਰਾਤ ਨੂੰ ਭਾਈ ਜਿਉਣੇ ਦੇ ਘਰ ਛਕਣਾ ਤੇ ਆਰਾਮ ਵੀ ਕਰਨਾ। ਦਿਨੇ ਘੋੜਿਆਂ ਨੂੰ ਘਾਹ ਖੋਤ ਕੇ ਪਾਉਣਾ, ਖਰਖਰਾ ਫੇਰਨਾ ਤੇ ਹੋਰ ਦੇਖਭਾਲ ਕਰਨੀ। ਇਸ ਤਰ੍ਹਾਂ ਕੁਝ ਸਮੇਂ ਅੰਦਰ ਭਾਈ ਬਿਧੀ ਚੰਦ ਨੇ ਸਭਨਾਂ ਨਾਲ ਪਿਆਰ ਪਾ ਲਿਆ ਅਤੇ ਰਾਤ ਵੀ ਕਿਲੇ ਵਿੱਚ ਹੀ ਰਹਿਣਾ ਆਰੰਭ ਕਰ ਦਿੱਤਾ। ਕੁਝ ਦਿਨ ਪਿੱਛੋਂ ਹਰ ਰੋਜ਼ ਹਨੇਰਾ ਹੁੰਦਿਆਂ ਰਾਤ ਨੂੰ ਇੱਕ ਪੱਥਰ ਕਿਲੇ ਦੀ ਕੰਧ ਨਾਲ ਵਗਦੇ ਦਰਿਆ ਰਾਵੀ ਵਿੱਚ ਸੁੱਟਣਾ ਆਰੰਭ ਕਰ ਦਿੱਤਾ ਤਾਂ ਜੋ ਪਹਿਰੇਦਾਰਾਂ ਨੂੰ ਪਰਖ ਲਿਆ ਜਾਵੇ ਕਿ ਪੱਥਰ ਦੇ ਖੜਾਕ ਨਾਲ ਉਹ ਚੇਤਨ ਹੁੰਦੇ ਹਨ ਕਿ ਨਹੀਂ। ਪਰ ਪਹਿਰੇਦਾਰਾਂ ਦੇ ਸਿਰ ਤੇ ਜੂੰ ਤੱਕ ਨਹੀਂ ਸਰਕੀ। ਉਹ ਬੇਫਿਕਰ ਰਹਿੰਦੇ। ਉਹ ਸਮਝਦੇ ਕਿ ਦਰਿਆ ਵਿੱਚ ਕਿਸੇ ਮੱਛ ਦੇ ਉਛਲਣ ਨਾਲ ਖੜਾਕ ਹੁੰਦਾ ਹੈ, ਖਤਰੇ ਵਾਲੀ ਕੋਈ ਗੱਲ ਨਹੀਂ। ਬਾਦਸ਼ਾਹ ਨੇ ਘੋੜਿਆਂ ਦੀ ਸੇਵਾ ਤੋਂ ਖੁਸ਼ ਹੋ ਕੇ ਭਾਈ ਬਿਧੀ ਚੰਦ, ਜਿਸ ਨੇ ਆਪਣਾ ਨਾਂ ਕਸੇਰਾ ਦੱਸਿਆ ਹੋਇਆ ਸੀ, ਉਸ ਨੂੰ 1000 ਰੁਪਈਆ ਇਨਾਮ ਦਿੱਤਾ। ਭਾਈ ਬਿਧੀ ਚੰਦ ਜੀ ਨੇ ਇਹ ਰਕਮ ਦਰੋਗੇ ਸੌਂਦੇ ਖਾਂ ਪਾਸ ਜਮ੍ਹਾਂ ਕਰਵਾ ਦਿੱਤੀ। ਇਸ ਤਰ੍ਹਾਂ ਕਰਕੇ ਦਰੋਗੇ ਸੌਂਦੇ ਖਾਂ ਦਾ ਵਿਸ਼ਵਾਸ ਭਾਈ ਬਿਧੀ ਚੰਦ ਨੇ ਜਿੱਤ ਲਿਆ। ਇੱਥੋਂ ਤੱਕ ਕਿ ਸੋਨੇ ਦੀਆਂ ਕਾਠੀਆਂ ਜਿਹੜੀਆਂ 2 ਲੱਖ ਦੇ ਮੁੱਲ ਦੀਆਂ ਸਨ, ਉਹਨਾਂ ਦੇ ਰੱਖਣ ਦੇ ਥਾਂ ਟਿਕਾਣੇ ਦੀਆਂ ਚਾਬੀਆਂ ਪਹਿਚਾਨਣ ਦਾ ਪੂਰਾ ਭੇਤ ਵੀ ਦਰੋਗੇ ਤੋਂ ਪ੍ਰਾਪਤ ਕਰ ਲਿਆ। ਸੋ ਭਾਈ ਬਿਧੀ ਚੰਦ ਨੂੰ ਸਭ ਕੁਝ ਪਤਾ ਲੱਗ ਗਿਆ। ਇੱਕ ਰਾਤ ਨੌਕਰਾਂ ਅਤੇ ਪਹਿਰੇਦਾਰਾਂ ਨੇ, ਜਿਹੜੇ ਕਿ ਐਸ਼ਪ੍ਰਸਤ ਸਨ, ਖੂਬ ਸ਼ਰਾਬ ਪੀਤੀ, ਕਬਾਬ ਖਾਧੇ ਅਤੇ ਬੇਫਿਕਰੀ ਦੀ ਨੀਂਦਰੇ ਸੌਂ ਗਏ। ਭਾਈ ਬਿਧੀ ਚੰਦ ਨੇ ਚਾਬੀਆਂ ਲਈਆਂ, ਜਿੰਦਰਾ ਖੋਲ੍ਹਿਆ, ਇੱਕ ਕਾਠੀ ਕੱਢੀ, ਦਲਬਾਗ ਘੋੜੇ ਤੇ ਕੱਸੀ, ਥਾਪੀ ਦਿੱਤੀ, ਕਿੱਲੇ ਨਾਲੋਂ ਖੋਲ ਕੇ
ਘੋੜੇ ਤੇ ਸਵਾਰ ਹੋ ਗਿਆ। ਕਿਲੇ ਦੀ ਕੰਧ ਦੇ ਨਾਲ ਜਾਂਦੇ ਰਸਤੇ ਰਾਹੀਂ ਬੁਰਜ ਪਾਸ ਪੁੱਜ ਕੇ ਫੁਰਤੀ ਨਾਲ ਦਰਿਆ ਵਿੱਚ ਘੋੜੇ ਸਮੇਤ ਛਾਲ ਲਗਾ ਦਿੱਤੀ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰਬਾਣੀ ਦੇ ਦ੍ਰਿੜ ਨਿਸ਼ਚੇ ਨਾਲ ਭਾਈ ਬਿਧੀ ਚੰਦ ਨੇ ਦਰਿਆ ਪਾਰ ਕੀਤਾ। ਜੰਗਲ ਦੇ ਰਸਤੇ ਦੂਸਰੇ ਦਿਨ ਭਾਈ ਰੂਪੇ ਦੇ ਨਗਰ ਗੁਰੂ ਸਾਹਿਬ ਜੀ ਦੇ ਸਜੇ ਦਰਬਾਰ ਵਿੱਚ ਘੋੜੇ ਨੂੰ ਬੰਨ੍ਹ ਕੇ ਹਾਜ਼ਰ ਹੋਇਆ। ਨਮਸਕਾਰ ਕਰਕੇ ਘੋੜਾ ਲਿਆਉਣ ਬਾਬਤ ਦੱਸਿਆ। ਸਤਿਗੁਰੂ ਜੀ ਨੇ ਅਨੇਕਾਂ ਵਰਦਾਨ ਦਿੱਤੇ ਅਤੇ ਪਿਆਰ ਨਾਲ ਥਾਪੜਾ ਦਿੱਤਾ। ਫਿਰ ਭਾਈ ਬਿਧੀ ਚੰਦ ਜੀ ਨੇ ਘੋੜਾ ਲਿਆਉਣ ਦੀ ਸਾਰੀ ਵਾਰਤਾ ਸਭ ਸੰਗਤਾਂ ਨੂੰ ਸੁਣਾਈ। ਸਿੱਖ ਸੰਗਤਾਂ ਨੇ ਬਹੁਤ ਸ਼ਲਾਘਾ ਕੀਤੀ। ਗੁਰੂ ਜੀ ਨੇ ਤਖਤ ਤੋਂ ਉੱਠ ਕੇ ਦਿਲਬਾਗ ਘੋੜੇ ਨੂੰ ਥਾਪੀ ਦਿੱਤੀ ਅਤੇ ਉਸ ਦੀ ਸੇਵਾ ਸੰਭਾਲ ਭਾਈ ਜੇਠਾ ਜੀ ਨੂੰ ਸੌਂਪ ਦਿੱਤੀ। ਦੂਸਰੇ ਦਿਨ ਭਾਈ ਜੇਠਾ ਜੀ ਨੇ ਗੁਰੂ ਸਾਹਿਬ ਜੀ ਨੂੰ ਘੋੜੇ ਦਾ ਦਾਣਾ ਪੱਠਾ ਨਾ ਖਾਣ ਅਤੇ ਉਦਾਸ ਰਹਿਣ ਦਾ ਹਾਲ ਦੱਸਿਆ। ਸਤਿਗੁਰੂ ਜੀ ਨੇ ਮਿਹਰ ਦੀ ਨਿਗਾਹ ਨਾਲ ਸੰਗਤ ਵਿੱਚ ਬੈਠੇ ਭਾਈ ਬਿਧੀ ਚੰਦ ਵੱਲ ਤੱਕਿਆ। ਸਤਿਗੁਰੂ ਜੀ ਨੇ ਇੱਕ ਗੁਰਸਿੱਖ ਰਾਹੀਂ ਭਾਈ ਬਿਧੀ ਚੰਦ ਨੂੰ ਬੁਲਾਇਆ। ਭਾਈ ਬਿਧੀ ਚੰਦ ਜੀ ਸਤਿਗੁਰੂ ਜੀ ਦੇ ਸਨਮੁਖ ਹੋ ਗਏ। ਸਤਿਗੁਰੂ ਜੀ ਤੋਂ ਹੁਕਮ ਮਿਲਣ ਉਪਰੰਤ ਭਾਈ ਬਿਧੀ ਚੰਦ ਜੀ ਦੂਸਰਾ ਘੋੜਾ ਲੈਣ ਚੱਲ ਪਏ। ਗੁਰੂ ਸਾਹਿਬ ਰੂਪੇ ਪਿੰਡ ਤੋਂ ਭਾਈ ਜੋਧ ਸ਼ਾਹ ਦੀ ਬੇਨਤੀ ਪ੍ਰਵਾਨ ਕਰਕੇ ਕਾਂਗੜ ਪਿੰਡ ਪੁੱਜ ਗਏ। ਭਾਈ ਬਿਧੀ ਚੰਦ ਜੀ ਨੇ ਨਜੂਮੀਆਂ ਦਾ ਰੂਪ ਵਟਾਇਆ। ਤੀਸਰੇ ਦਿਨ ਲਾਹੌਰ ਪੁੱਜਾ। ਲਾਹੌਰ ਦੇ ਗੁਰਸਿੱਖ ਭਾਈ ਸਾਹਿਬ ਜੀ ਨੂੰ ਮਿਲ ਕੇ ਪ੍ਰਸੰਨ ਹੋਏ। ਅਗਲੇ ਦਿਨ ਭਾਈ ਬਿਧੀ ਚੰਦ ਜੀ ਭਾਈ ਬੋੜੂ ਖੱਤਰੀ ਦੇ ਘਰ ਪੁੱਜੇ। ਉਸ ਪਾਸੋਂ ਨਜੂਮੀਆਂ ਵਰਗੀ ਲੰਮੀ ਪੋਸ਼ਾਕ ਅਤੇ ਰਮਲ ਲਾਉਣ ਵਾਲੀ ਸੰਗਲੀ ਲਈ ਅਤੇ ਰਾਤ ਨੂੰ ਮੁੜ ਧਰਮਸ਼ਾਲਾ ਆ ਟਿਕੇ। ਦਿਨ ਚੜ੍ਹੇ ਇਸ਼ਨਾਨ ਕਰਨ ਉਪਰੰਤ ਲੰਮਾ ਚੋਗਾ ਪਾਇਆ। ਕੇਸ ਪਿਸ਼ਾਹਾਂ ਨੂੰ ਖਿਲਾਰ ਲਏ। ਮੁੱਛਾਂ ਕੁੰਡੀਆਂ ਕਰ ਲਈਆਂ। ਦਾੜਾ ਵੀ ਨਜੂਮੀਏ ਵਾਂਗੂ ਕਰ ਲਿਆ। ਹੱਥ ਵਿੱਚ ਪਤਲੀ ਜਿਹੀ ਸੋਟੀ ਫੜ ਕੇ ਸ਼ਾਹੀ ਦਰਵਾਜ਼ੇ ਅੱਗੇ ਪੁੱਜ ਕੇ ਨਜੂਮੀਏ ਵਾਂਗੂ ਡੇਰਾ ਲਾ ਕੇ ਬੈਠ ਗਿਆ। ਭਾਈ ਬਿਧੀ ਚੰਦ ਜੀ ਦੇ ਪਾਸ ਬਹੁਤ ਲੋਕ ਰਮਲ ਲਵਾਉਣ ਵਾਸਤੇ ਇਕੱਠੇ ਹੋਏ ਵੇਖ ਕੇ ਦਰੋਗੇ ਦਾ ਨੌਕਰ ਵੀ ਬਾਦਸ਼ਾਹ ਦੇ ਗੁਆਚੇ ਘੋੜੇ ਬਾਬਤ ਪੁੱਛਣ ਆ ਗਿਆ। ਭਾਈ ਬਿਧੀ ਚੰਦ ਜੀ ਨੇ ਪੂਰਾ ਭਰੋਸਾ ਦਿਵਾਇਆ ਕਿ ਉਹ ਸਭ ਕੁਝ ਦੱਸੇਗਾ। ਨੌਕਰ ਭਾਈ ਬਿਧੀ ਚੰਦ ਜੀ ਨੂੰ ਬਾਦਸ਼ਾਹ ਦੇ ਪਾਸ ਲੈ ਗਿਆ। ਬਾਦਸ਼ਾਹ ਨਾਲ ਗੱਲਬਾਤ ਹੋਈ। ਬਾਦਸ਼ਾਹ ਨੇ 1 ਲੱਖ ਰੁਪਈਆ ਇਨਾਮ ਦੇਣ ਦਾ ਇਕਰਾਰਨਾਮਾ ਲਿਖ ਕੇ ਦਿੱਤਾ। ਭਾਈ ਬਿਧੀ ਚੰਦ ਜੀ ਨੇ ਆਪਣਾ ਨਾਂ ਗਣਕ ਖੋਜੀ ਦੱਸਿਆ। ਘੋੜਿਆਂ ਦੇ ਤਬੇਲੇ ਵਿੱਚ ਭਾਈ ਜੀ ਨੂੰ ਲਿਜਾਇਆ ਗਿਆ। ਸੁਨਹਿਰੀ ਜੀਨ ਵੀ ਖੋਜੀ ਗਣਕ ਪਾਸ ਰਖਵਾਈ ਗਈ। ਖੋਜੀ ਗਣਕ ਯਾਨੀ ਕਿ ਭਾਈ ਬਿਧੀ ਚੰਦ ਜੀ ਨੇ ਆਖਿਆ ਕਿ ਬਾਦਸ਼ਾਹ, ਚੋਰ ਦਾ ਮੁਰਸ਼ਦ ਬਹੁਤ ਕਾਮਲ ਹੈ। ਅਜੇ ਤੱਕ ਮੇਰਾ ਰਮਲ ਸਹੀ ਪਤਾ ਨਹੀਂ ਲਗਾ ਸਕਿਆ। ਮੈਨੂੰ ਕੁਝ ਹੋਰ ਸਮਾਂ ਦਿਓ। ਭਾਈ ਬਿਧੀ ਚੰਦ ਨੇ ਆਖਿਆ ਕਿ ਬਾਦਸ਼ਾਹ ਜੀ, ਤੁਸੀਂ ਆਪਣੇ ਅਹਿਲਕਾਰਾਂ ਨਾਲ ਸੰਮਣ ਬੁਰਜ ਵਿੱਚ ਬੈਠ ਕੇ ਦੇਖੋ। ਤੁਹਾਡੇ ਅਹਿਲਕਾਰ ਨੌਕਰ ਚਾਕਰ ਜਿਸ ਰਾਤ ਚੋਰ ਘੋੜਾ ਲੈ ਗਿਆ ਉਸ ਰਾਤ ਵਾਂਗੂ ਆਰਾਮ ਕਰਨ ਵਾਲੀ ਥਾਵਾਂ ਤੇ ਪੁੱਜ ਜਾਣ, ਤਦ ਮੈਂ ਸਭ ਕੁਝ ਦੱਸ ਸਕਾਂਗਾ ਕਿ ਕਿਵੇਂ ਚੋਰ ਘੋੜਾ ਲੈ ਕੇ ਕਿਲੇ ਵਿੱਚੋਂ ਨਿਕਲ ਗਿਆ। ਉਸ ਤਰ੍ਹਾਂ ਹੀ ਕਿਲੇ ਦੇ ਦਰਵਾਜ਼ੇ ਬੰਦ ਕਰਕੇ ਸਭ ਆਪੋ ਆਪਣੀ ਥਾਂ ਚਲੇ ਗਏ। ਬਾਦਸ਼ਾਹ ਆਪਣੇ ਅਹਿਲਕਾਰਾਂ ਨਾਲ ਸੰਮਣ ਬੁਰਜ ਉੱਤੇ ਚੜ੍ਹ ਕੇ ਬੈਠ ਗਿਆ। ਭਾਈ ਬਿਧੀ ਚੰਦ ਨੇ ਘੋੜੇ ਤੇ ਪਲਾਕੀ ਮਾਰੀ ਤੇ ਲਲਕਾਰ ਕੇ ਆਖਿਆ, ਪਹਿਲਾ ਘੋੜਾ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪਾਸ ਭਾਈ ਰੂਪੇ ਪਿੰਡ ਹੈ। ਉਸ ਨੂੰ ਕਾਹੀ ਨੌਕਰ ਲੈ ਗਿਆ ਸੀ। ਉਹ ਕਾਹੀ ਨੌਕਰ ਹੁਣ ਨਜੂਮੀਆਂ ਬਣ ਕੇ ਦੂਜਾ ਘੋੜਾ ਵੀ ਉੱਥੇ ਹੀ ਲੈ ਕੇ ਜਾ ਰਿਹਾ ਹੈ। ਸਭ ਕੁਝ ਦੱਸ ਕੇ ਘੋੜੇ ਨੂੰ ਅੱਡੀ ਲਾਈ ਤੇ ਕਿਲੇ ਦੀ ਕੰਧ ਟਪਾ ਕੇ ਦਰਿਆ ਵਿੱਚ ਛਾਲ ਮਰਵਾ ਕੇ ਦਰਿਆ ਪਾਰ ਕਰਕੇ ਅੰਤਰਾਤਮੇ ਵਿੱਚ ਸਤਿਗੁਰੂ ਜੀ ਦਾ ਧੰਨਵਾਦ ਕਰਦਾ, ਗੁਰੂ ਜੀ ਦੀ ਪਾਵਨ ਬਾਣੀ ਪੜ੍ਹਦਾ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਰਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੇ ਹੋਏ ਦਿਖਾਵੈ। ਗੁਰਬਾਣੀ ਦਾ ਪਾਠ ਕਰਦਿਆਂ ਗੁਰੂ ਦਰਬਾਰ ਵੱਲ ਟੁਰ ਪਿਆ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਭਾਈ ਬਿਧੀ ਚੰਦ ਜੀ ਨੇ
ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਦੋਨੋਂ ਘੋੜੇ ਗੁਲਬਾਗ ਤੇ ਦਿਲਬਾਗ ਲਾਹੌਰ ਦੇ ਕਿਲੇ ਵਿੱਚੋਂ ਕੱਢ ਕੇ ਲਿਆਂਦੇ ਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।